ਆਪਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਏਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਇਹ ਜਾਇਜ਼ਾ ਲਿਆ। ਐਸਜੀਪੀਸੀ ਸਣੇ ਕਈ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਹੈ। 6 ਜੂਨ ਦੇ ਸਮਾਗਮ ਸ਼ਾਂਤੀ ਦੇ ਨਾਲ ਕਰਵਾਏ ਜਾਣਗੇ। ਏਡੀਜੀਪੀ ਨੇ ਕਿਹਾ ਪੈਰਾਮਿਲਟਰੀ ਫੋਰਸ ਵੀ ਤੈਨਾਤ ਕੀਤੀ ਜਾਵੇਗੀ। ਸ਼ਹਿਰ ਦੇ ਵਿੱਚ 3000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣਗੇ। ਏਡੀਜੀਪੀ ਨੇ ਕਿਹਾ ਐਸਜੀਪੀਸੀ ਸਣੇ ਕਈ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਦੇ ਵੱਲੋਂ ਤੇ 6 ਜੂਨ ਦੇ ਸਮਾਗਮ ਸ਼ਾਂਤੀ ਨਾਲ ਕਰਾਏ ਜਾਣਗੇ। ਏਡੀਜੀਪੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਪੈਰਾਮਿਲਟਰੀ ਫੋਰਸ ਵੀ ਤੈਨਾਤ ਕੀਤੀ ਜਾਵੇਗੀ। ਸ਼ਹਿਰ ਦੇ ਵਿੱਚ 3000 ਪੁਲਿਸ ਮੁਲਾਜ਼ਮ ਤੈਨਾਤ ਨੇ। ਸੰਬੰਧ ਵਿੱਚ ਨਾ ਕੇਵਲ ਅੰਮ੍ਰਿਤਸਰ ਬਲਕਿ ਸਾਰੇ ਪੰਜਾਬ ਦੇ ਵਿੱਚ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਇਸੇ ਦਾ ਜਾਇਜ਼ਾ ਲੈਣ ਲਈ ਮੈਂ ਅੱਜ ਇੱਥੇ ਕਮਿਸ਼ਨਰ ਸਾਹਿਬ ਦੇ ਨਾਲ ਸਾਰੇ ਜਿੰਨੇ ਇੱਥੇ ਅਫਸਰ ਲੱਗੇ ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ ਔਰ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਔਰ ਮੈਨੂੰ ਖੁਸ਼ੀ ਹੈ ਕਿ ਹਰ ਜਗ੍ਹਾ ਚੰਗੀ ਤਰ੍ਹਾਂ ਫੋਰਸ ਦੀ ਡਿਪਲੋਇਮੈਂਟ ਹੈ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਇਹ ਸਾਰਾ ਸਮਾਂ ਪੀਸਫੁਲੀ ਔਰ ਅੱਛੀ ਤਰ੍ਹਾਂ ਇਹ ਸਾਰਾ ਸਮਾਪਤ ਹੋਵੇ। ਉਧਰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੌਕੇ ਮੋਗਾ ਦੇ ਵਿੱਚ ਵੀ ਸੁਰੱਖਿਆ ਸਖਤ ਕੀਤੀ ਗਈ ਹੈ। ਮੋਗਾ ਪੁਲਿਸ ਨੇ ਫਲੈਗ ਮਾਰਚ ਕੱਢਿਆ ਤੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ। ਸ਼ਹਿਰ ਦੇ ਵਿੱਚ ਨਾਕੇਬੰਦੀ ਵੀ ਜਿਹੜੀ ਹੈਗੀ ਉਹ ਵਧਾਈ ਗਈ ਹੈ। ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਮੋਗਾ ਦੇ ਵਿੱਚ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਦੋ ਤਸਵੀਰਾਂ ਅੰਮ੍ਰਿਤਸਰ ਅਤੇ ਮੋਗਾ ਦੀਆਂ। ਅੰਮ੍ਰਿਤਸਰ ਦੇ ਵਿੱਚ ਖੁਦ ਏਡੀਜੀਪੀ ਲਾਅ ਐਂਡ ਆਰਡਰ ਪਹੁੰਚੇ ਸੀਗੇ ਤੇ ਮੋਗਾ ਦੇ ਵਿੱਚ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਨੇ। ਮੋਗਾ ਪੁਲਿਸ ਨੇ ਫਲੈਗ ਮਾਰਚ ਕੱਢਿਆ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਤੇ ਸ਼ਹਿਰ ਦੇ ਵਿੱਚ ਨਾਕੇਬੰਦੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ। हैं जियोस हैं और बाकी सारे मुलाजिम हाजिर ने और हमने मेन बाज़ार मार्केट्स एरिया कवर कराएंगे। फिर पूरी शहर दे मेन मोहल्ला एरियाज पूरा असी कवर कराएंगे फ्लैग मार्च रहेगी। और इस नाल जड़े बागा पुराना धर्मकोट और निगाल सिंह वाला सब डिवीजन है उत्ते DSP लेवल ऑफिसर्स उत्ते अपने लेवल पे कर रहे हैं। बेसिकली जड़े आने वाले अगले 2-3 दिन के लिए शांतिपूर्वक एक सिचुएशन को लॉ एंड ऑर्डर को मेंटेन करने लिए असी कर रहे हैं। ਤੇ ਉਧਰ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਸ ਪਾਵਨ ਸਰੂਪ ਦੇ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਗੋਲੀ ਲੱਗੀ ਸੀ। ਅੱਜ ਵੀ ਇਸ ਸਰੂਪ ਨੂੰ ਬੜੇ ਹੀ ਸਤਿਕਾਰ ਦੇ ਨਾਲ ਸਾਂਭ ਕੇ ਰੱਖਿਆ ਗਿਆ ਤੇ ਹਰ ਸਾਲ 6 ਜੂਨ ਵਾਲੇ ਦਿਨ ਸੰਗਤਾਂ ਨੂੰ ਇਸ ਸਰੂਪ ਦੇ ਦਰਸ਼ਨ ਕਰਾਏ ਜਾਂਦੇ। ਇਸ ਪਾਵਨ ਸਰੂਪ ਦੀ ਸਾਂਭ ਸੰਭਾਲ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਗੁਰਮੁਖ ਸਿੰਘ ਜੀ ਕਰਦੇ। साल ऑपरेशन ब्लू स्टार की बरसी मनाई जाती है पर इस बरसी के नाल पिछले 2 सालों तो एक ऐसे पावन स्वरूप के भी दर्शन करवाए जा रहे हैं जो कि उस वेले ਜਦੋਂ ਇਹ ਪੂਰਾ ਆਪਰੇਸ਼ਨ ਹੁੰਦਾ ਹੈ ਤਾਂ ਹੱਥ ਲਿਖਤ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੁਸ਼ੋਭਿਤ ਸੀ ਤਾਂ ਉਸ ਦੇ ਵਿੱਚ ਵੀ ਇੱਕ ਗੋਲੀ ਲੱਗਦੀ ਹੈ ਤਾਂ ਉਸ ਸਰੂਪ ਨੂੰ ਜੋ ਹੈ ਉਹ ਸੇਵਾ ਸੰਭਾਲ ਜਿਹੜੀ ਹੈ ਉਹ ਗਿਆਨੀ ਗੁਰਮੁਖ ਸਿੰਘ ਹੁਣਾਂ ਨੂੰ ਮਿਲੀ ਹੈ ਉਸ ਦੀ ਸੇਵਾ ਤਾਂ ਪਿਛਲੇ ਕਈ ਸਾਲਾਂ ਤੋਂ ਉਸ ਸਰੂਪ ਦੀ ਸੇਵਾ ਸੰਭਾਲ ਦੇ ਵਿੱਚ ਕਈ ਤਰੀਕੇ ਦੀ ਜਿਹੜੀ ਟੈਕਨੋਲੋਜੀ ਹੈ ਉਸ ਦਾ ਵੀ ਇਸਤੇਮਾਲ ਕੀਤਾ ਜਾਂਦਾ ਤਾਂ ਇਸ ਵੇਲੇ ਅਸੀਂ ਅਕਾਲ ਤਖਤ ਸਾਹਿਬ ਦੀ ਠੀਕ ਸਭ ਤੋਂ ਉੱਪਰਲੀ ਜਿਹੜੀ ਮੰਜ਼ਿਲ ਹੈ ਉੱਥੇ ਕੋਟੜੀ ਸਾਹਿਬ ਤੇ ਮੌਜੂਦ ਆ ਔਰ ਇੱਥੇ ਗਿਆਨੀ ਗੁਰਮੁਖ ਸਿੰਘ ਜੋ ਕਿ ਇਸ ਪੂਰੀ ਸੇਵਾ ਨੂੰ ਪਿਛਲੇ ਕਈ ਸਾਲਾਂ ਤੋਂ ਨਿਭਾ ਰਹੇ ਨੇ ਤਾਂ ਅਸੀਂ ਤਸਵੀਰਾਂ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਉਸ ਥਾਂ ਦੀਆਂ। ਤਾਂ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਕਿ 1984 ਦੇ ਵਿੱਚ ਜਦੋਂ ਇਹ ਪੂਰਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਜਿਹੜੀ ਗੋਲੀਬਾਰੀ ਕਿਹਾ ਜਾਂਦਾ ਕਿ ਜਿਹੜੀ ਉਸ ਵੇਲੇ ਭਾਰਤੀ ਫੌਜ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਹਨਾਂ ਦੇ ਵਿੱਚੋਂ ਇੱਕ ਗੋਲੀ ਜਿਹੜੀ ਆ ਉਹ ਇਸ ਪਾਵਨ ਸਰੂਪ ਦੇ ਵਿੱਚ ਜਾ ਕੇ ਲੱਗਦੀ ਹੈ ਤਾਂ ਇਸ ਵਾਰ ਵੀ 6 ਜੂਨ ਨੂੰ ਜੋ ਹੈ ਪਾਵਨ ਸਰੂਪ ਦੇ ਦਰਸ਼ਨ ਜਿਹੜੇ ਸੰਗਤ ਨੂੰ ਉਹ ਕਰਵਾਏ ਜਾਣਗੇ ਔਰ ਸਵੇਰ ਤੋਂ ਸ਼ਾਮ ਤੱਕ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸੰਗਤ ਕਰੇਗੀ ਤਾਂ ਉਸ ਗੋਲੀ ਬਾਰੇ ਵੀ ਜਾਣਕਾਰੀ ਸੰਗਤ ਨੂੰ ਦਿੱਤੀ ਜਾਏਗੀ ਜਿਹੜੀ ਕਿ ਆ ਕੇ ਇਸ ਪਾਵਨ ਸਰੂਪ ਦੇ ਅੰਗਾਂ ਦੇ ਵਿੱਚ ਜਾ ਕੇ ਲੱਗਦੀ ਹੈ। ਤਾਂ ਇੱਕ ਬਹੁਤ ਪੁਰਾਤਨ ਸਰੂਪ ਹੋਣ ਕਰਕੇ ਇਸ ਦੀ ਸੇਵਾ ਸੰਭਾਲ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਇਹਤਿਆਤ ਹੈ ਉਹ ਵਰਤਣੇ ਪੈਂਦੇ ਨੇ ਔਰ ਇਸ ਤੋਂ ਇਲਾਵਾ ਟੈਕਨੀਕ ਦਾ ਵੀ ਇਸਤੇਮਾਲ ਕੀਤਾ ਜਾਂਦਾ ਤਾਂ ਇਸ ਵੇਲੇ ਅਕਾਲ ਤਖਤ ਸਾਹਿਬ ਦੀ ਉਹੀ ਇਮਾਰਤ ਜਿਸ ਨੂੰ ਉਸ ਵੇਲੇ ਨੁਕਸਾਨਿਆ ਗਿਆ ਸੀ ਤਾਂ ਉਸੇ ਇਮਾਰਤ ਦੀ ਸਭ ਤੋਂ
ਉੱਪਰਲੀ ਮੰਜ਼ਿਲ ਤੇ ਕੋਠੜੀ ਸਾਹਿਬ ਦੇ ਵਿੱਚ ਇਹ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਨੇ। ਔਰ ਇਸ ਤੋਂ ਇਲਾਵਾ ਟੈਕਨੀਕ ਦੀ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਉਸ ਇਤਿਹਾਸ ਨੂੰ SGPC ਦੀ ਕੋਸ਼ਿਸ਼ ਹੈ ਕਿ ਸੰਭਾਲਿਆ ਵੀ ਜਾਵੇ ਔਰ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਸ ਨੂੰ ਵੀ ਉਸ ਬਾਰੇ ਜਾਣੂ ਕਰਵਾਇਆ ਜਾ ਸਕੇ, ਤਾਂ ਇਸ ਕਰਕੇ ਇਹ ਜਿਹੜੀ ਸੇਵਾ ਸੰਭਾਲ ਹੈ ਪਿਛਲੇ ਕਈ ਸਾਲਾਂ ਤੋਂ ਜ਼ਿਕਰ ਕੀਤਾ ਜਾਵੇ ਤਾਂ 2014 ਤੋਂ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਕਿ 2014 ਤੋਂ ਲਗਾਤਾਰ ਇਸ ਸੇਵਾ ਦੇ ਵਿੱਚ ਉਹ ਲੱਗੇ ਹੋਏ ਨੇ ਔਰ ਇੱਕ ਪੂਰੀ ਟੀਮ ਹੈ ਉਹਨਾਂ ਦੀ ਜਿਹੜੀ ਕਿ ਸੇਵਾ ਸੰਭਾਲ ਦੇ ਕੰਮ ਦੇ ਵਿੱਚ ਲੱਗੀ। ਤੁਸੀਂ ਦੇਖ ਸਕਦੇ ਹੋ ਕਿ ਕੰਪਿਊਟਰ ਦਾ ਯੁੱਗ ਹੋਣ ਕਰਕੇ ਇੱਥੇ ਕੰਪਿਊਟਰ ਕੈਮਰਾ, ਤਾਂ ਇਹ ਉਹ ਟੈਕਨੀਕ ਹੈ ਜਿਸ ਦੇ ਰਾਹੀਂ ਇਸ ਸਰੂਪ ਦਾ ਜੋ ਪੂਰਾ ਇਤਿਹਾਸ ਹੈ ਉਸ ਨੂੰ ਡਿਜੀਟਲ ਤਰੀਕੇ ਦੇ ਨਾਲ ਵੀ ਸੰਭਾਲਿਆ ਜਾ ਸਕੇ, ਤਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਵੀ ਸੰਗਤ ਇਸ ਪਾਵਨ ਸਰੂਪ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੀ ਹੈ ਤਾਂ ਉਹਨਾਂ ਨੂੰ ਇੰਟਰਨੈਟ ਦੇ ਮਾਧਿਅਮ ਤੇ ਦੇ ਰਾਹੀਂ ਜਾਂ ਹੋਰ ਜਿਹੜੇ ਵੀ ਤਰੀਕੇ ਨੇ ਉਹਨਾਂ ਦੇ ਰਾਹੀਂ ਇਹ ਜਾਣਕਾਰੀ ਮਿਲ ਸਕੇ। ਤਾਂ ਗਿਆਨੀ ਗੁਰਮੁਖ ਸਿੰਘ ਹੋਰਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਪੂਰੀ ਸੇਵਾ ਸੰਭਾਲ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਔਰ 6 ਜੂਨ ਨੂੰ ਕਿਸ ਤਰੀਕੇ ਦੇ ਨਾਲ ਇਸ ਪਾਵਨ ਸਰੂਪ ਦੇ ਜਿਹੜੇ ਦਰਸ਼ਨ ਨੇ ਉਹ ਸੰਗਤ ਨੂੰ ਕਰਵਾਏ ਜਾਣਗੇ। ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਔਰ ਉਸ ਵੇਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਾਵਨ ਸਰੂਪ ਕਿਸ ਜਗ੍ਹਾ ਤੇ ਸੁਸ਼ੋਭਿਤ ਸਨ? ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਿੰਦੁਸਤਾਨ ਦੀ ਜ਼ਾਲਮ ਹੁਕਮਰਾਨ ਸਰਕਾਰ ਨੇ ਹਮਲਾ ਕੀਤਾ ਤਾਂ ਜ਼ਾਲਮ ਫੌਜ ਨੇ ਉਸ ਸਮੇਂ ਬਹੁਤ ਵੱਡੇ ਜ਼ੁਲਮ ਇਸ ਪਾਵਨ ਅਸਥਾਨ ਤੇ ਸਿੱਖ ਪੰਥ ਉੱਪਰ, ਸਿੱਖ ਸੰਗਤਾਂ ਉੱਪਰ ਵੀ ਢਾਹੇ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਹ ਇਮਾਰਤ ਢਹਿ ਢੇਰੀ ਕੀਤੀ ਗਈ, ਉੱਥੇ ਆਪ ਜੀ ਨੂੰ ਪਤਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਵੀ ਗੋਲੀਆਂ ਲੱਗਣ ਦੇ ਕਾਰਨ ਛਲਣੀ ਹੋ ਗਈ ਸੀ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਜਿਨ੍ਹਾਂ ਦਾ ਜ਼ਿਕਰ ਆਪ ਜੀ ਨੇ ਹੁਣੇ ਕੀਤਾ ਹੈ, ਇਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਸਨ। ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਸਨ, ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ। ਦੱਖਣ ਦੀ ਬਾਹੀ ਤੋਂ ਜ਼ਾਲਮ ਫੌਜ ਵੱਲੋਂ ਚਲਾਈ ਹੋਈ ਮਸ਼ੀਨ ਗਨ ਦੀ ਇਹ ਗੋਲੀ ਦੱਖਣ ਦੀ ਬਾਹੀ ਤੋਂ ਦਰਵਾਜ਼ਾ ਪਾੜ ਕੇ ਅੰਦਰ ਆਈ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਆ ਕੇ ਲੱਗੀ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੇ ਬਾਹਰਲੇ ਹਿੱਸੇ ਤੋਂ ਇਸ ਗੋਲੀ ਦਾ ਅਸਰ ਅੰਦਰ ਤੱਕ ਗਿਆ ਹੈ। ਤਤਕਰਾ ਸਾਹਿਬ, ਜਪਜੀ ਸਾਹਿਬ ਜੀ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਤੱਕ ਇਸ ਗੋਲੀ ਦਾ ਅਸਰ ਗਿਆ। ਇਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ, ਇਹ ਉਹ ਸਾਰੇ ਟੈਕਨੀਕਲ ਜਿੰਨਾ ਵੀ ਵਰਕ ਹੈ ਉਹ ਅੰਦਰ ਹਰ ਸਮੇਂ ਚੱਲਦਾ ਹੈ। 45 ਤੋਂ 55 ਡਿਗਰੀ ਤੱਕ ਨਮੀ ਕੰਟਰੋਲ ਕਰਨੀ ਪੈਂਦੀ ਹੈ। 22 ਡਿਗਰੀ ਤੇ ਟੈਂਪਰੇਚਰ ਹਰ ਸਮੇਂ ਮੇਨਟੇਨ ਕਰਨਾ ਪੈਂਦਾ ਹੈ, ਚਾਹੇ ਦਸੰਬਰ ਦਾ ਮਹੀਨਾ ਹੋਏ ਚਾਹੇ ਜੂਨ ਦਾ ਮਹੀਨਾ ਹੋਏ। ਤਾਂ ਇਸੇ ਤਰ੍ਹਾਂ ਜਿਹੜੀ ਧੁੱਪ ਹੈ ਇਹਦੀਆਂ ਕਿਰਨਾਂ ਕੰਟਰੋਲ ਕਰਕੇ ਅੰਦਰ ਲੈ ਕੇ ਜਾਣੀਆਂ। ਇਹ ਸ਼ੀਸ਼ਾ ਚਾਰੋਂ ਤਰਫ ਇਹ ਕੋਠੜੀ ਸਾਹਿਬ ਦੀਆਂ ਬਾਰੀਆਂ ਤੇ ਦਰਵਾਜ਼ਿਆਂ ਦੇ ਉੱਪਰ ਲੱਗਾ ਹੋਇਆ ਹੈ। ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਉਹਨਾਂ ਨੇ ਫੈਸਲਾ ਕੀਤਾ ਕਿ ਇਸ ਸਾਲ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਪਾਵਨ ਅਸਥਾਨ ਹੈ, ਉੱਥੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾਏ ਜਾਣਗੇ ਅਤੇ ਉਹ ਗੋਲੀ ਜੋ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਚੋਂ ਕੱਢੀ ਗਈ ਹੈ ਉਹ ਗੋਲੀ ਵੀ ਦਿਖਾਈ ਜਾਏਗੀ। ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸਦੀਏ, ਸਿੱਧੂ ਮੂਸੇਵਾਲਾ ਨੂੰ ਲੈ ਕੇ ਮਾਤਾ ਚਰਨ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ। ਕਤਲकांड ਦੇ ਵਿੱਚ ਪੰਜਾਬ ਦੇ ਕਈ ਗਾਇਕਾਂ ਦਾ ਹੱਥ ਹੋ ਸਕਦਾ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਬਿਆਨ ਦਿੱਤਾ ਹੈ। ਕੁਝ ਸਿੰਗਰਾਂ ਨੇ ਇਕੱਠੇ ਹੋ ਕੇ ਸਿੱਧੂ ਦੀ ਸ਼ਿਕਾਇਤ ਕੀਤੀ ਸੀ। ਇਹ ਚਰਨ ਕੌਰ ਸਿੱਧੂ ਮੂਸੇਵਾਲੇ ਦੀ ਮਾਤਾ, ਉਹਨਾਂ ਨੇ ਕਿਹਾ ਹਥਿਆਰਾਂ ਵਾਲੇ ਗਾਣੇ ਗਾਉਣ ਦੀ ਸ਼ਿਕਾਇਤ ਕੀਤੀ ਗਈ ਸੀ। ਇਹ ਸ਼ਿਕਾਇਤ ਦੇ ਵਿੱਚ ਸਾਡੇ ਜ਼ਿਲ੍ਹੇ ਦਾ ਵੀ ਇੱਕ ਗਾਇਕ ਸੀ ਤੇ ਸਿੱਧੂ ਨੇ ਕਦੇ ਉਸ ਦਾ ਨਾਮ ਨਹੀਂ ਦੱਸਿਆ। ਚਰਨ ਕੌਰ ਸਿੱਧੂ ਮੂਸੇਵਾਲੇ ਦੀ ਮਾਤਾ, ਉਹਨਾਂ ਨੇ ਅੱਜ ਇਹ ਬਿਆਨ ਦਿੱਤਾ, ਇਹ ਗੱਲ ਕਹੀ ਹੈ ਜਨਤਕ ਤੌਰ ਤੇ। ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਪੰਜਾਬ ਦੇ ਕਈ ਗਾਇਕਾਂ ਦਾ ਹੱਥ ਹੋ ਸਕਦਾ ਹੈ। ਕੁਝ ਸਿੰਗਰਾਂ ਨੇ ਇਕੱਠੇ ਹੋ ਕੇ ਸਿੱਧੂ ਦੀ ਸ਼ਿਕਾਇਤ ਕੀਤੀ ਸੀ, ਹਥਿਆਰਾਂ ਵਾਲੇ ਗਾਣੇ ਗਾਉਣ ਦੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੇ ਵਿੱਚ ਸਾਡੇ ਜ਼ਿਲ੍ਹੇ ਯਾਨੀ ਮਾਨਸਾ ਦਾ ਇੱਕ ਗਾਇਕ ਹੈਗਾ ਤੇ ਸਿੱਧੂ ਨੇ ਕਦੇ ਉਸ ਦਾ ਨਾਂ ਨਹੀਂ ਦੱਸਿਆ। ਇਹ ਚਰਨ ਕੌਰ ਨੇ ਕਿਹਾ, ਸਿੱਧੂ ਮੂਸੇਵਾਲੇ ਦੀ ਮਾਤਾ ਨੇ ਇੱਕ ਗੱਲ ਕਹੀ ਹੈ।
ਦਸੰਬਰ 2016 ਦੇ ਵਿੱਚ ਗਿਆ 17 ਉੱਥੇ 3 ਮਾਰਚ 18 ਨੂੰ ਸਾਡੇ ਕੋਲੇ ਵਾਪਸ ਇੰਡੀਆ ਆ ਗਿਆ ਟੂਰ ਲਾਉਣ। ਉਸ ਸਮੇਂ ਉਹਦੇ 19 ਸ਼ੋਅ ਸੀਗੇ ਇੰਡੀਆ ਦੇ ਵਿੱਚ, ਦਿੱਲੀ, ਚੰਡੀਗੜ੍ਹ, ਨੋਇਡਾ। 19 ਸ਼ੋਅ ਨੂੰ ਦੇਖ ਕੇ ਫਿਰ ਤੁਹਾਨੂੰ ਦੱਸੋ ਵੀ ਉਹ ਕਿਸੇ ਡਾਕਟਰ ਨੂੰ ਤਾਂ ਬੱਚਾਂ ਲੱਗਣੀਆਂ ਨਹੀਂ, ਲੱਗਣੀਆਂ ਤਾਂ ਨਾਲ ਦੇ ਫੀਲਡ ਵਾਲੇ ਨੂੰ ਲੱਗਣਗੀਆਂ। ਉਸ ਟਾਈਮ ਕੀ ਕੀਤਾ ਇਹਨਾਂ ਨੇ, 10-15 ਜਣਿਆਂ ਨੇ ਰਲ ਕੇ ਅਸ਼ੋਕ ਤੇ ਕੰਪਲੇਂਟ ਕੀਤੀ ਵੀ ਇਹ ਤਾਂ ਜੀ ਗੰਨਾਂ ਵਾਲੇ ਗਾਣੇ ਗਾਉਂਦਾ ਹੈ, ਵੀ ਮਤਲਬ ਵੀ ਚੱਲਦਾ ਹੈ ਵੀ ਇਹਨੂੰ ਦੱਬ ਲਓ ਇੱਥੇ। ਅਸੀਂ ਵੀ ਸਾਡੇ ਵੀ ਇੱਥੇ ਬਥੇਰਾ SSP ਤੱਕ ਸਾਹਿਬ ਤੱਕ ਵੀ ਗਏ ਵੀ ਇਹਦੇ ਕੰਪਲੀਟੈਂਟ ਰੱਖੋ, ਥੋੜਾ ਜਿਹਾ ਜ਼ਿਆਦਾ ਜਾਈ ਜਾਂਦਾ। ਉਸ ਦਿਨ ਮੈਨੂੰ ਸ਼ੁਭਦੀਪ ਨੇ ਰਾਤ ਨੂੰ ਆ ਕੇ ਦੱਸਿਆ, ਮੈਨੂੰ ਕਹਿੰਦਾ ਤੁਹਾਡਾ ਇਹ ਫੈਸਲਾ ਵੀ ਮੇਰੇ ਹੱਕ 'ਚ ਗਿਆ ਕੈਨੇਡਾ ਭੇਜਣ ਵਾਲਾ। ਮੈਂ ਕਿਹਾ ਕਿਉਂ, ਕੀ ਗੱਲ ਹੋ ਗਈ? ਮੈਨੂੰ ਕਹਿੰਦਾ ਅੱਜ ਕਹਿੰਦਾ ਮੰਮੀ ਮੇਰੇ ਦੀ ਕਿਸੇ ਨੇ ਕੰਪਲੇਂਟ ਪਾਈ ਹੈ ਸਿੰਗਰਾਂ ਨੇ ਰਲ ਕੇ ਵੀ ਇਹ ਤਾਂ ਇਹਨੂੰ ਦੱਬੋ ਤੇ ਇਹ ਤਾਂ ਹਥਿਆਰਾਂ ਵਾਲੇ ਗਾਣੇ ਗਾਉਂਦਾ। ਇਹ ਫੈਸਲਾ ਮੇਰੇ ਫੇਵਰ 'ਚ ਤਾਂ ਗਿਆ, ਕਹਿੰਦਾ ਜੇ ਮੈਂ ਕੈਨੇਡਾ ਗਿਆ ਤਾਂ ਮੈਨੂੰ ਉੱਥੇ ਜਾ ਕੇ ਕਾਮਯਾਬੀ ਮਿਲੀ। ਹੋ ਸਕਦਾ ਜੇ ਮੈਂ ਆਪਦੀ ਅੜੀ ਤੇ ਮੈਂ ਇੰਡੀਆ ਰਹਿ ਜਾਂਦਾ ਤਾਂ ਮਾਂ ਮੈਨੂੰ ਵੀ ਕਾਮਯਾਬ ਨਹੀਂ ਹੋਣੀ ਸੀ। ਹੈ ਤਾਂ ਇਹ ਇਨਵੈਸਟੀਗੇਸ਼ਨ ਦਾ ਹਿੱਸਾ, ਮੈਂ ਗੱਲਾਂ ਕਰਨੀਆਂ ਤਾਂ ਨਹੀਂ ਚਾਹੁੰਦੀ ਸੀ, ਪਰ ਫਿਰ ਵੀ ਹੁਣ ਕੋਈ ਆ। ਸੋ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਅੱਜ ਜਨਤਕ ਤੌਰ ਤੇ ਐਤਵਾਰ ਦਾ ਦਿਨ ਹੈ ਕਿਉਂਕਿ ਉਹ ਲੋਕਾਂ ਨੂੰ ਮਿਲਦੇ ਨੇ ਜਿਹੜੇ ਸਿੱਧੂ ਮੂਸੇਵਾਲਾ ਦੇ ਚਾਹਣ ਵਾਲੇ ਨੇ। ਉਹ ਜਦੋਂ ਪਹੁੰਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ। ਸੋ ਉਸ ਵੇਲੇ ਇਹ ਬਿਆਨ ਦਿੱਤਾ। ਬਲਦੇਵ ਸ਼ਰਮਾ ਮੇਰੇ ਸਹਿਯੋਗੀ ਮੇਰੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ। ਬਲਦੇਵ, ਇਸ ਬਿਆਨ ਨੂੰ ਕਿਸ ਤਰੀਕੇ ਸਮਝਿਆ ਜਾਵੇ ਕਿਉਂਕਿ ਚਰਨ ਕੌਰ ਕਹਿ ਰਹੇ ਨੇ ਕਿ ਕਈ ਸਾਰੇ ਗਾਇਕ ਹੋ ਸਕਦੇ ਨੇ, ਪੰਜਾਬ ਦੇ ਕਈ ਗਾਇਕ ਹੋ ਸਕਦੇ ਨੇ ਔਰ ਮਾਨਸਾ ਜ਼ਿਲ੍ਹੇ ਦਾ ਵੀ ਗਾਇਕ ਇਸ ਤੇ ਵੀ ਸ਼ਾਮਿਲ ਹੋ ਸਕਦਾ ਹੈ। ਬਿਲਕੁਲ ਗਗਨ, ਪਹਿਲੀ ਵਾਰ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਖੁੱਲ ਕੇ ਗਾਇਕਾਂ ਦਾ ਨਾਂ ਲਿਆ, ਕਿਉਂਕਿ ਇਸ ਤੋਂ ਪਹਿਲਾਂ ਸ਼ੂਟਰਾਂ ਤੇ ਇਸ ਦੇ ਪਰਦੇ ਪਿੱਛੇ ਸਫੈਦਪੋਸ਼ ਲੋਕਾਂ ਦੀ ਗੱਲ ਕਰਦੇ ਸੀ, ਤਾਂ ਹੁਣ ਸਿੰਗਰਾਂ ਤੇ ਜਿਹੜੇ ਟਾਰਗੇਟ ਕੀਤਾ ਤੇ ਗੱਲ ਕੀਤੀ ਹੈ ਕਿ ਮਾਨਸਾ ਜ਼ਿਲ੍ਹੇ ਦਾ ਇੱਕ ਗਾਇਕ ਹੈ ਜਿਹੜਾ ਉਹ ਵੀ ਸਿੱਧੂ ਮੂਸੇਵਾਲੇ ਦੇ ਮਗਰ ਪਿਆ ਹੋਇਆ ਸੀ। ਉਹ ਸ਼ਿਕਾਇਤਾਂ ਲਾਉਂਦਾ ਸੀ ਪੁਲਿਸ ਕੋਲ। ਸਿੱਧੇ ਤੌਰ ਤੇ ਹੈ ਮਾਨਸਾ ਜ਼ਿਲ੍ਹੇ ਦਾ ਗਾਇਕ ਤੇ ਬਾਕੀ ਸਿੰਗਰ ਹੈ ਜਿਹੜੇ ਟਿਕਾਣੇ ਤੇ ਹੈ, ਕਿਉਂਕਿ ਸਿੰਗਰਾਂ ਦੇ ਨਾਮ ਤਾਂ ਪੁਲਿਸ ਨੂੰ ਦੇ ਚੁੱਕੇ। ਹੁਣ ਮਾਨਸਾ ਜ਼ਿਲ੍ਹੇ ਦਾ ਕਿਹੜਾ ਸਿੰਗਰ ਹੈ ਉਹ ਬਿਹਤਰ ਦੱਸ ਸਕਦੇ ਆ, ਪਰੰਤੂ ਪਹਿਲੀ ਵਾਰ ਹੈ ਕਿ ਮਾਨਸਾ ਜ਼ਿਲ੍ਹੇ ਦਾ ਸਿੰਗਰ ਨੇ ਵੀ ਸਿੱਧੂ ਮੂਸੇਵਾਲੇ ਦੇ ਉਸ ਦੇ ਵਿੱਚ ਰੋਲ ਪਲੇ ਕੀਤਾ ਹੈ। ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ। ਬਿਲਕੁਲ ਪੁਲਿਸ ਨੂੰ ਇਹ ਫਿਰ ਤੋਂ ਜਿਹੜਾ ਉਹਨਾਂ ਸਿੰਗਰਾਂ ਤੋਂ ਪੁੱਛਗਿੱਛ ਕਰਨੀ ਪਵੇਗੀ, ਕਿਉਂਕਿ ਲਗਾਤਾਰ ਹੁਣ ਖੁੱਲ੍ਹ ਕੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬੋਲਦੇ ਆ। ਪਹਿਲੀ ਵਾਰ ਹੈ ਕਿ ਸਿੰਗਰਾਂ ਦਾ ਨਾਮ ਲਿਆ। ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਕਿ ਉਹਨਾਂ ਨੂੰ ਇਸ ਕਰਕੇ ਉਹ ਨਾਂ ਲੈ ਰਹੇ ਕਿਉਂਕਿ 19 ਸ਼ੋਅ ਸੀ ਸਿੱਧੂ ਮੂਸੇਵਾਲੇ ਦੇ ਜਦੋਂ ਉਹ ਕੈਨੇਡਾ ਤੋਂ ਭਾਰਤ ਆਉਂਦਾ ਹੈ, ਤਾਂ 19 ਸ਼ੋਅ ਹੈ। ਉਸੇ ਦੌਰਾਨ ਉਹਨਾਂ ਦੀਆਂ ਪੁਲਿਸ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਂਦਾ, ਤਾਂ ਉਹ ਸ਼ਿਕਾਇਤਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਗਾਇਕ ਨੇ ਵੱਡਾ ਰੋਲ ਪਲੇ ਕੀਤਾ ਸੀ। ਤਾਂ ਇਹ ਗੱਲ ਪਹਿਲੀ ਵਾਰੀ ਆਈ ਹੈ ਕਿ ਉਹ ਸ਼ਿਕਾਇਤਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਗਾਇਕ ਦਾ ਨਾਂ ਹੈ। ਤਾਂ ਪੁਲਿਸ ਹੁਣ ਕੀ ਰੁਖ ਅਖਤਿਆਰ ਕਰਦੀ ਹੈ ਇਸ ਤੇ ਇਹ ਦੇਖਣਾ ਹੋਵੇਗਾ, ਪਰੰਤੂ ਗਾਇਕਾਂ ਤੇ ਹੈ ਜਿਹੜਾ ਨਿਸ਼ਾਨਾ ਇੱਕ ਵਾਰ ਫਿਰ ਲਾਇਆ। ਪਰ ਬਲਦੇਵ, ਇਸ ਤੋਂ ਪਹਿਲਾਂ ਵੀ ਕੁਝ ਗਾਇਕਾਂ ਨੂੰ ਜਾਂ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਦੇ ਨਾਲ ਕੁਝ ਜਿਹੜੇ ਮਸਲੇ ਸੀਗੇ ਉਹ ਤਾਂ ਪਹਿਲਾਂ ਵੀ ਚਰਚਾ ਉਹਨਾਂ ਤੇ ਹੋਈ ਹੈ, ਉਹਨਾਂ ਨੂੰ ਸੱਦਿਆ ਗਿਆ, ਪੁਲਿਸ ਦੇ ਵੱਲੋਂ ਸਵਾਲ ਜਵਾਬ ਹੋਏ ਨੇ। ਹੁਣ ਇਹ ਨਵੇਂ ਸਿਰਿਓਂ ਇੱਕ ਵਾਰ ਫੇਰ ਗਾਇਕਾਂ ਦਾ ਨਾਂ ਜਿਹੜਾ ਲਿਆ ਗਿਆ, ਇਸ ਨੂੰ ਕਿਸ ਐਂਗਲ ਨਾਲ ਸਮਝੀਏ ਅਸੀਂ? ਕਿਉਂਕਿ ਵਕਤ ਵੀ 1 ਸਾਲ ਤੋਂ ਵੱਧ ਵਕਤ ਹੋ ਚੁੱਕਾ ਹੈ। ਜਿਹੜੇ ਮੇਨ ਸ਼ੂਟਰ ਸੀਗੇ ਉਹ ਸਾਰੇ ਆ ਅਰੈਸਟ ਹੋਏ ਨੇ, ਐਨਕਾਊਂਟਰ ਹੋਏ ਨੇ ਜਾਂ ਜੇਲ੍ਹ ਦੇ ਅੰਦਰ ਗੈਂਗ ਵਾਰ ਦੇ ਵਿੱਚ ਮਾਰੇ ਗਏ ਨੇ। ਸਿਰਫ ਜਿਹੜੇ ਬਾਹਰ ਜਿਹੜੇ ਅਪਰਾਧੀ ਬੈਠੇ ਨੇ ਉਹ ਬਾਹਰ ਨੇ, ਬਾਕੀਆਂ ਨੂੰ ਪੁਲਿਸ ਅਰੈਸਟ ਕਰ ਚੁੱਕੀ ਹੈ। ਤੇ ਹੁਣ ਗਾਇਕਾਂ ਦਾ ਨਾਂ ਜਿਹੜਾ ਹੈਗਾ ਦੁਬਾਰਾ ਲੈਣਾ, ਇਸ ਨੂੰ ਕਿਸ ਤਰੀਕੇ ਸਮਝੀਏ ਅਸੀਂ ਬਲਦੇਵ? ਬਿਲਕੁਲ ਗਗਨ, ਦੇਖੋ ਜਿਹੜੇ ਗਾਇਕਾਂ ਦਾ ਨਾਂ ਲੈ ਰਹੇ ਹੈ ਪੁਲਿਸ ਨੇ ਉਹਨਾਂ ਨੂੰ ਬੁਲਾਇਆ ਵੀ ਇਨਵੈਸਟੀਗੇਸ਼ਨ ਤੇ ਪੁਲਿਸ ਨੇ ਇਹ ਵੀ ਕਿਹਾ ਸੀਗਾ, ਪਿਛਲੇ ਦਿਨੀ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਸੀ ਤਾਂ ਉਹ ਕਹਿੰਦੇ ਸੀ ਕਿ ਦੁਬਾਰਾ ਵੀ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ। ਤਾਂ ਪੁਲਿਸ ਹੈ ਜਿਹੜਾ ਇੱਕ ਵਾਰ ਫਿਰ ਤੋਂ ਕੁਝ ਗਾਇਕਾਂ ਨੂੰ ਬੁਲਾ ਕੇ ਪੁੱਛਗਿੱਛ ਕਰੇਗੀ, ਕਿਉਂਕਿ ਮਾਨਸਾ ਜ਼ਿਲ੍ਹੇ ਦਾ ਪਹਿਲਾਂ ਜ਼ਿਕਰ ਆਇਆ ਤਾਂ ਹੁਣ ਦੁਬਾਰਾ ਪੁਲਿਸ ਹੈ ਜਿਹੜੀ ਉਹਨਾਂ ਗਾਇਕਾਂ ਨੂੰ ਬੁਲਾ ਕੇ ਪੁੱਛਗਿੱਛ ਕਰ ਸਕਦੀ। ਠੀਕ ਹੈ ਬਲਦੇਵ, ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਜਾਣਕਾਰੀ ਦੇ ਲਈ। ਬਲਦੇਵ ਸ਼ਰਮਾ ਮੇਰੇ ਸਹਿਯੋਗੀ ਮਾਨਸਾ ਤੋਂ ਇਹ ਜਾਣਕਾਰੀ ਦੇ ਰਹੇ ਸਨ ਤੇ ਇਹ ਆਪਣੇ ਆਪ ਵਿੱਚ ਅਹਿਮ ਬਿਆਨ ਹੈ। ਹਾਲਾਂਕਿ ਇਸ ਬਿਆਨ ਨੂੰ 1 ਸਾਲ ਬਾਅਦ ਦਿੱਤਾ ਗਿਆ ਹੈ, ਬਿਆਨ ਜਨਤਕ ਤੌਰ ਤੇ ਦਿੱਤਾ ਗਿਆ ਹੈ। ਪੁਲਿਸ ਨੂੰ ਹੋ ਸਕਦਾ ਪਰਿਵਾਰ ਨੇ ਆਪਣੀ ਸ਼ਿਕਾਇਤ ਦੇ ਵਿੱਚ ਆਪਣੀ ਜਿਹੜੇ ਬਿਆਨ ਨੇ ਉਹਨਾਂ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਵੇ, ਪਰ 1 ਸਾਲ ਬਾਅਦ ਹੁਣ ਇਸ ਤਰੀਕੇ ਨਾਲ ਇਸ ਬਾਰੇ ਚਰਚਾ ਨਵੇਂ ਸਿਰਿਓਂ ਇੱਕ ਵਾਰ ਫਿਰ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ।
ਤੇ ਇਸ ਵਾਤਾਵਰਣ ਦਿਵਸ ਮੌਕੇ ਆਓ ਅਸੀਂ ਤੇ ਤੁਸੀਂ ਮਿਲ ਕੇ ਆਪਣੀ ਧਰਤੀ ਨੂੰ ਬਚਾਉਣ ਦਾ ਸੰਕਲਪ ਲਈਏ। ਟਾਟਾ ਪਾਵਰ ਦੇ ਨਾਲ ਨਿਊਜ਼ 18 ਨੈਟਵਰਕ ਦੀ ਪਹਿਲ ਹੈ ਸਸਟੇਨੇਬਲ ਇਜ਼ ਅਟੇਨੇਬਲ। ਇਸ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਰਹੀ ਹੈ ਜੋ ਲੋਕਾਂ ਨੂੰ ਰਵਾਇਤੀ ਤਰੀਕਿਆਂ ਨੂੰ ਅਪਣਾਉਣ ਤੇ ਜਲਵਾਯੂ ਪਰਿਵਰਤਨ ਦੇ ਗਲੋਬਲ ਖਤਰੇ ਦੇ ਖਿਲਾਫ ਇਕਜੁੱਟ ਹੋਣ ਦੇ ਲਈ ਅਪੀਲ ਕਰਦੀ ਹੈ। ਅੱਜ ਅਸੀਂ ਤੁਹਾਡੇ ਲਈ ਇਸ ਪਹਿਲ ਦੇ ਨਾਲ ਜੁੜੀ ਇੱਕ ਫਿਲਮ ਦੇ ਪਾਵਰ ਕੋ ਗ੍ਰੀਨ ਸਿਗਨਲ ਲੈ ਕੇ ਆਏ ਹਾਂ ਜੋ ਗ੍ਰੀਨ ਪਾਵਰ ਦੀ ਤਾਕਤ ਦੇ ਬਾਰੇ ਦੱਸਦੀ ਹੈ। ਇਸ ਫਿਲਮ ਦੇ ਨਾਲ ਤੁਸੀਂ ਗ੍ਰੀਨ ਪਾਵਰ ਦੇ ਵੱਲ ਇੱਕ ਹੋਰ ਕਦਮ ਵਧਾਉਣ ਤੇ ਇਸ ਦੇ ਸਕਾਰਾਤਮਕ ਪ੍ਰਭਾਵਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। हमारे गांव में बिजली कब आएगी? अंधेरे में कुछ मिलता ही नहीं है। माँ, मेरे ग्लव्स कहाँ हैं? वही होगी। आने पोमो चार पे करने को स्लास पुंग से ते छोना दूर तो जंग। बैग में भर के ख्वाबों का दम, बढ़ते कदम को दे के रिदम, थकते फिसलते संभलते बढ़ते चले हम ठंडी हवा से लड़ते। दिल में अगर विश्वास है और आंखों में आस है तो कैसे ना पूरे हो ये मेरे सपने जो खास है। जुले यार आज फिर से लाइट नहीं है। ऐसे में हमारी ट्रेनिंग कैसे होगी यार? ट्रेनिंग तो जरूर होगी। एकेडमी का लाइट तो सोलर पावर से ऑन हो गया, अब अपनी पावर ऑन करे। है तेरे साथ सूरज की चमक तुझे कोई रोक ना पाएगा, मेरे बढ़ते कदम से ही तो कल नया सवेरा आएगा। कम ऑन गर्ल्स। से जो सर्द हवा का शोर है, जाग उठे अंधेरा भी ये तेरा ही तो जोर है। होगी रोशन हर राह, तू चल दे पावर को ग्रीन सिग्नल। जुड़िए न्यूज 18 नेटवर्क और टाटा पावर के सस्टेनेबल इज अटेनेबल मिशन से और आइए दीजिए पावर को ग्रीन सिग्नल। ਸੋ ਆਓ ਅਸੀਂ ਇਕੱਠੇ ਮਿਲ ਕੇ ਹਰ ਦਿਨ ਨੂੰ ਵਾਤਾਵਰਣ ਦਿਵਸ ਬਣਾਈਏ। ਅਸੀਂ ਨਿਊਜ਼ 18 ਨੈਟਵਰਕ ਵਿੱਚ ਤੁਹਾਡੇ #ਦੇ ਪਾਵਰ ਕੋ ਗ੍ਰੀਨ ਸਿਗਨਲ ਦੇ ਲਈ ਅਪੀਲ ਕਰਦੇ ਹਾਂ ਕਿਉਂਕਿ ਸਾਡੇ ਸਮੂਹਿਕ ਯਤਨਾਂ ਦੇ ਨਾਲ ਅਸੀਂ ਇੱਕ ਸਵੱਛ ਹਰਿਆਲੀ ਭਰਿਆ ਤੇ ਵਧੇਰੇ ਟਿਕਾਊ ਕੱਲ੍ਹ ਬਣਾ ਸਕਦੇ ਹਾਂ। ਇਸ ਪਹਿਲ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਲੌਗਇਨ ਕਰੋ www.sustainableisattainable.in ਜਾਂ sustainable.isattainable.in ਤੇ ਤੁਸੀਂ ਲੌਗਇਨ ਕਰਕੇ ਹੋਰ ਜ਼ਿਆਦਾ ਜਾਣਕਾਰੀ ਇਸ ਦੇ ਬਾਰੇ ਹਾਸਿਲ ਕਰ ਸਕਦੇ ਹੋ।